ਚਾਹੇ ਉਹ ਚਾਹੇ ਸੈਣੀ ਹੈਗੇ ਸੀਗੇ, ਉਹਨਾਂ ਨੇ ਬਹੁਤ ਵਧੀਆ ਜਿਹੜਾ ਆਪਦਾ ਪੱਖ ਜਿਹੜਾ ਉਹ ਆਪਣਾ ਰੱਖਿਆ। ਪਰ ਸਾਥੀਓ ਤੁਹਾਨੂੰ ਇੱਥੇ ਇੱਕ ਗੱਲ ਕਰਦੇ ਆ ਕਿ ਜੋ ਆਪਣਾ ਇਸ਼ੂ ਸੀਗੇ, ਜੋ ਬੀਐਡ ਜਾਂ ਈਟੀਟੀ ਦਾ ਮੈਟਰ ਸੀਗਾ, ਤੁਹਾਨੂੰ ਦੱਸ ਦਈਏ ਕਿ ਅੱਜ ਸਟੇ ਟੁੱਟਣ ਦੇ ਪੂਰੇ ਜਿਹੜੇ ਆ ਅਸਾਰ ਸੀਗੇ, ਜਿੰਦੇ ਵਿੱਚ ਜੱਜ ਸਾਹਿਬ ਨੇ ਵੀ ਕਹਿਤਾ ਸੀਗਾ ਜੇਕਰ ਸੁਪਰੀਮ ਕੋਰਟ ਸਟੇ ਨਹੀਂ ਕਰ ਰਹੀ ਤਾਂ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਸਟੇ ਨਹੀਂ ਹੋ ਸਕਦਾ, ਤੇ ਇਹਨਾਂ ਨੂੰ ਆਫਰ ਲੈਟਰ ਜਿਹੜੇ ਆ ਉਹ ਦੇ ਦਿੱਤੇ ਜਾਣੇ ਚਾਹੀਦੇ ਸੀਗੇ। ਸੋ ਅਸੀਂ ਵੀ ਕੋਰਟ ਦੇ ਵਿੱਚ ਸੀਗੇ ਜਦੋਂ ਬਹਿਸ ਜਿਹੜੀ ਉਹ ਹੋ ਰਹੀ ਸੀਗੀ। ਤਾਂ ਮੈਂ ਸਾਥੀਓ ਤੁਹਾਨੂੰ ਇੱਥੇ ਦੱਸ ਦਿਆਂ ਕਿ ਇੱਕ ਜੋ ਇਸ਼ੂ ਆਪਣੀ 6635 ਦੇ ਵਿੱਚ ਹੈ ਨਹੀਂ ਸੀਗਾ, ਪਰੰਤੂ ਭਰਤੀ ਨੂੰ ਲਮਕਾਉਣ ਦੇ ਲਈ ਆਪਣੇ ਐਂਟੀ ਜਿਹੜੇ ਬੀਐਡ ਵੱਲੋਂ ਜਿਹੜੇ ਐਡਵੋਕੇਟ ਜਿਹੜੇ ਉਹ ਖੜੇ ਕੀਤੇ ਹੋਏ ਆ, ਤਾਂ ਉਹਨਾਂ ਵੱਲੋਂ ਇੱਕ ਇਹ ਮੈਟਰ ਜਿਹੜਾ ਉਹ ਇਸ਼ੂ ਚੱਕਿਆ ਗਿਆ ਕਿ ਇੱਕ ਇਹ ਪ੍ਰੋਸੈਸ ਜਿਹੜਾ ਜਿਹੜੀ 6635 ਹੈ, ਇਸ ਦਾ ਕੰਪਲੀਟ ਜਿਹੜਾ ਬੋਰਡ ਜਿਹੜਾ ਉਹ ਕਮੇਟੀ ਜਿਹੜੀ ਹੈ ਉਹ ਨਹੀਂ ਬਣਾਏਗੀ, ਤਾਂ ਸਾਨੂੰ ਜਿਹੜਾ ਉਹ ਸਮਾਂ ਦਿੱਤਾ ਜਾਵੇ ਕਿ ਅਸੀਂ ਜਿਹੜੇ ਤੱਥ ਹੈ ਉਹ ਤੁਹਾਡੇ ਅੱਗੇ ਜਿਹੜੇ ਉਹ ਪੇਸ਼ ਕਰ ਸਕੀਏ। ਸੋ ਸਾਥੀਓ ਇਹਨਾਂ ਗੱਲਾਂ ਦੇ ਕਰਕੇ ਤਾਂ ਜਿਹੜੀ ਅਗਲੀ ਹੀਅਰਿੰਗ ਜਿਹੜੀ ਹੈ ਉਹ 18 ਅਪ੍ਰੈਲ ਜਿਹੜੀ ਉਹ ਪਈ ਹੈ। ਤਾਂ ਸਾਥੀਓ ਬਾਕੀ ਜਿਹੜੇ ਆਰਗੂਮੈਂਟ ਜੋ ਵੀ ਹੈ ਉਹ ਆਪਣੇ ਸਹੀ ਜਿਹੜੇ ਉਹ ਪੇਸ਼ ਕੀਤੇ ਗਏ ਨੇ, ਵਕੀਲਾਂ ਵੱਲੋਂ ਕੋਈ ਵੀ ਕਮੀ ਜਿਹੜੀ ਹੈ ਉਹ ਨਹੀਂ ਰੱਖੀ ਗਈ। ਤਾਂ ਸਟੇ ਜਿਹੜੀ ਹੈ ਉਹ ਟੁੱਟੂਗੀ, ਘਬਰਾਉਣ ਦੀ ਜ਼ਰੂਰਤ ਨਹੀਂ ਗੀ, ਬੀਐਡ ਆਊਟ ਹੋਊਗੀ, ਓਨਲੀ ਈਟੀਟੀ ਦੀ ਜਿਹੜੀ ਹੈ ਉਹ ਭਰਤੀ ਹੋਊਗੀ। ਜਿਹੜੇ ਬੀਐਡ ਵੱਲੋਂ ਐਡਵੋਕੇਟ ਕੀਤੇ ਹੋਏ ਸੀਗੇ ਉਹਨਾਂ ਕੋਲ ਕੋਈ ਵੀ ਇਸ ਤਰ੍ਹਾਂ ਦੇ ਤੱਥ ਨਹੀਂ ਸੀਗੇ ਜਿਹੜੇ ਕਿ ਉਹ ਭਰਤੀ ਨੂੰ ਜਿਹੜਾ ਸਟਕ ਡਾਊਨ ਕਰਦੇ ਜਾਂ ਇਸ ਨੂੰ ਹੋਰ ਅੱਗੇ ਲਮਕਾ ਕੇ ਜਾਂਦੇ। ਪਰ ਸਾਥੀਓ ਤੁਹਾਨੂੰ ਇਹ ਦੱਸ ਦਈਏ ਕਿ ਹੁਣ ਜਿਹੜੀ ਹੈ ਆਉਣ ਵਾਲੀ ਹੀਅਰਿੰਗ ਹੋਏਗੀ, ਬੀਐਡ ਤਾਂ ਸਾਥੀਓ ਤੁਸੀਂ ਸਮਝ ਲਓ ਕਿ ਉਹ ਆਊਟ ਹੋ ਚੁੱਕੀ ਹੈ। ਬੀਐਡ ਆਪਣੀ 6635 ਭਰਤੀ ਦੇ ਵਿੱਚ ਕਦੇ ਵੀ ਨਹੀਂ ਆਊਗੀ, ਓਨਲੀ ਈਟੀਟੀ ਦੀ ਜਿਹੜੀ ਉਹ ਭਰਤੀ ਹੋਊਗੀ। ਸੋ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਥੀਓ ਆਪਣੀ ਯੂਨੀਅਨ ਦੇ ਸਟੇਟ ਕਾਨੂੰਨੀ ਸਲਾਹਕਾਰ ਜਿਹੜੇ ਆ ਜਰਨੈਲ ਸਿੰਘ ਨਾਗਰਾ ਜੀ, ਉਹ ਤੁਹਾਨੂੰ ਡੀਪਲੀ ਜਿਹੜਾ ਇਸ ਬਾਰੇ ਦੱਸਣਗੇ। ਸੋ ਸਾਰੇ ਸਾਥੀਆਂ ਨੇ ਬਹੁਤ ਹੀ ਧਿਆਨ ਦੇ ਨਾਲ ਜਿਹੜੇ ਆ ਜਰਨੈਲ ਸਿੰਘ ਨਾਗਰਾ ਦੇ ਜਿਹੜੇ ਉਹ ਵਿਚਾਰ ਸੁਣਨੇ ਆ, ਤੇ ਬਾਕੀ ਗੱਲ ਜਿਹੜੀ ਹੈ ਉਹ ਤੁਹਾਡੇ ਚ ਬਾਅਦ ਵਿੱਚ ਜਿਹੜਾ ਲਾਈਵ ਹੋ ਕੇ ਅਸੀਂ ਪੂਰੀ ਜਾਣਕਾਰੀ ਹੋਰ ਦੇਵਾਂਗੇ। ਪਰ ਜੋ ਕਾਨੂੰਨੀ ਸਲਾਹਕਾਰ ਸਾਡੇ ਜਰਨੈਲ ਸਿੰਘ ਨਾਗਰਾ ਨੇ, ਉਹਨਾਂ ਦੀ ਪਹਿਲਾਂ ਗੱਲ ਤੁਸੀਂ ਸਾਰੇ ਸਾਥੀਆਂ ਨੇ ਧਿਆਨ ਨਾਲ ਸੁਣਨੀ ਹੈ। ਧੰਨਵਾਦ ਸਾਥੀ। ਸਾਰੇ ਬੇਰੁਜ਼ਗਾਰ ਅਧਿਆਪਕ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਥੀਓ ਜਿਵੇਂ ਅੱਜ ਤੁਸੀਂ ਗਰੁੱਪਾਂ ਦੇ ਵਿੱਚ ਦੇਖਿਆ ਕੁਝ ਰਿਕਾਰਡਿੰਗਾਂ ਪੈ ਰਹੀਆਂ ਨੇ ਕਿ ਜਿਹੜੇ ਐਡੇ ਐਡੇ ਸੀਨੀਅਰ ਐਡਵੋਕੇਟ ਕਰੇ ਦੀ, ਇੰਨੇ ਮਹਿੰਗੇ ਐਡਵੋਕੇਟ ਕਰੇ ਦੀ, ਉਹਨਾਂ ਨੇ ਕਰਿਆ ਕੁਛ ਨਹੀਂ, ਸਟੇ ਨਹੀਂ ਟੁੱਟੀ, ਤੇ ਜਿਹੜਾ ਮਸਲਾ ਉਹ ਸਾਲਾਂ ਸਾਲਾਂ ਹੀ ਲਟਕਦਾ ਰਹਿਣਾ। ਇੱਥੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਉਹਨਾਂ ਦੀ ਹਾਰ ਹੋ ਚੁੱਕੀ ਹੈ ਤੇ ਉਹ ਹਾਰ ਮੰਨ ਚੁੱਕੇ ਨੇ। ਅੱਜ ਉਹਨਾਂ ਦੀ ਹਾਰ ਹੋ ਚੁੱਕੀ ਆ, ਸਟੇ ਟੁੱਟ ਗਈ ਸੀ। ਸਟੇ ਟੁੱਟਣ ਤੋਂ ਬਾਅਦ ਉਹਨਾਂ ਲਵੇ ਜਦੋਂ ਕੋਈ ਚਾਰਾ ਨਹੀਂ ਬਚਿਆ ਸਟੇ ਨੂੰ ਅੱਗੇ ਲਿਜਾਣ ਦਾ, ਤਾਂ ਉਹਨਾਂ ਨੇ ਭਰਤੀ ਕੈਂਸਲ ਕਰਾਉਣ ਦਾ ਬੋਰਡ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੀ ਆ। ਇਹ ਤੁਸੀਂ ਉਹਨਾਂ ਤੋਂ ਖੁਦ ਪੁੱਛ ਸਕਦੇ ਹੋ ਕਿ ਉਹਨਾਂ ਨੇ ਭਰਤੀ ਕੈਂਸਲ ਕਰਵਾਉਣ ਦੀ ਕੋਸ਼ਿਸ਼ ਕਰੀ ਆ ਜਾਂ ਨਹੀਂ ਕਰੀ। ਉਹਨਾਂ ਨੇ ਬੋਰਡ ਦੀ ਗੱਲ ਚੱਕੀ ਆ, ਬੋਰਡ ਤੇ ਉਹਨਾਂ ਨੇ ਆਰਗੂਮੈਂਟ ਕਰਿਆ, ਬੋਰਡ ਤੇ ਉਹਨਾਂ ਨੇ ਗੱਲਾਂ ਕਰੀਆਂ ਨੇ ਕਿ ਜਿਹੜੀ 2364 ਆ ਉਹ ਸਟਕ ਡਾਊਨ ਹੋਊਗੀ, 6635 ਵੀ ਸਟਕ ਡਾਊਨ ਕੀਤੀ ਜਾਵੇ। ਪਰ ਆਪਣੇ ਕਾਬਲ ਵਕੀਲਾਂ ਦੇ ਬਦੌਲਤ ਅੱਜ ਉਹ ਭਰਤੀ ਬਚ ਗਈ, ਸਟਕ ਡਾਊਨ ਨਹੀਂ ਹੋਈ। ਤੇ ਉਹਨਾਂ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਤਰੀਕ ਮੰਗੀ ਸੀ ਕਿ 12 ਮਈ ਜਿਹੜੀ 2364 ਦੇ ਵਿੱਚ ਹੈਗਾ ਜਿਹੜਾ ਰਿਵਿਊ ਲੱਗਿਆ ਹੋਇਆ ਉਦੋਂ ਅਗਲੀ ਬਾਅਦ ਦੀ ਤਰੀਕ ਦਿੱਤੀ ਜਾਵੇ। ਪਰ ਆਪਣੇ ਕਾਬਲ ਵਕੀਲਾਂ ਦੇ ਕਾਰਨ ਉਹਨਾਂ ਨੂੰ ਨਾ ਤਾਂ ਇਹ ਤਰੀਕ ਅੱਗੇ ਦੀ ਮਿਲ ਸਕੀ ਹੈਗੀ, ਜਿਹੜੀ ਤਰੀਕ ਉਹ ਪਈ ਆ 28 ਅਪ੍ਰੈਲ। ਹੁਣ ਇੱਥੋਂ ਸਾਬਤ 18 ਅਪ੍ਰੈਲ ਪਈ ਹੈਗੀ। ਇੱਥੋਂ ਸਾਬਤ ਹੋ ਜਾਂਦਾ ਵੀ ਉਹਨਾਂ ਨੇ ਜਿੰਨੀ ਕੋਸ਼ਿਸ਼ ਕੀਤੀ ਉਹਨਾਂ ਨੇ ਬੋਰਡ ਦਾ ਵੀ ਬਹਾਨਾ ਲਾਇਆ ਵੀ ਇਹ ਗਲਤ ਆ। ਜਦੋਂ ਉਹਨਾਂ ਨੇ ਸਾਫ਼ ਇਹ ਗੱਲ ਉਹਨਾਂ ਵੱਲੋਂ ਰੱਖੀ ਗਈ ਆ ਕਿ ਜਦੋਂ ਬੋਰਡ ਹੀ ਗਲਤ ਆ, ਜਦੋਂ ਕੋਈ ਭਰਤੀ ਹੀ ਗਲਤ ਆ, ਤਾਂ ਉਹਦੇ ਵਿੱਚ ਬੀਐਡ ਐਂਟਰ ਹੈਗੀ ਆ ਜਾਂ ਨਹੀਂ ਹੈਗੀ ਇਹਦਾ ਬਾਅਦ ਦਾ ਮੁੱਦਾ, ਜਦੋਂ ਭਰਤੀ ਗਲਤ ਆ ਗਈ। ਪਹਿਲਾਂ ਭਰਤੀ ਉਹਨਾਂ ਨੇ ਕੈਂਸਲ ਕਰਾਉਣ ਤੱਕ ਅੱਜ ਗਏ ਨੇ। ਸਿਰਫ ਆਪਣੇ ਵਕੀਲਾਂ ਦੀ ਮਿਹਨਤ ਸਦਕਾ ਇਹ ਭਰਤੀ ਅੱਜ ਬਚ ਚੁੱਕੀ ਆ, ਠੀਕ ਹੈ ਨਾ। ਉਹਨਾਂ ਨੇ ਅੱਗੇ ਹੁਣ ਬੋਰਡ ਦਾ ਹਵਾਲਾ ਦਿੱਤਾ, ਜਦੋਂ ਉਹਨਾਂ ਨੂੰ ਫੇਰ ਵੀ ਬੋਰਡ ਤੇ ਵੀ ਕੋਈ ਆਰਗੂਮੈਂਟ ਕਰਨ ਨੂੰ ਨਾ ਮਿਲਿਆ ਵੀ ਅਸੀਂ ਜਿਹੜੇ ਆਪਣੇ ਵਕੀਲਾਂ ਨੇ ਮੂਹਰੋਂ ਆਰਗੂਮੈਂਟ ਕਰੇ, ਉਹਨਾਂ ਨੂੰ ਕੋਈ ਉਹਨਾਂ ਨੂੰ ਜਿਹੜਾ ਜਵਾਬ ਉਹ ਮਿਲ ਨਹੀਂ ਰਿਹਾ ਸੀ। ਫਿਰ ਉਹਨਾਂ ਨੇ ਐਂਡ ਤੇ ਇੱਕ ਜਵਾਬ ਦਿੱਤਾ, ਅਸੀਂ ਇਹ ਤਾਂ ਕਹਿੰਦੇ ਆਪਦੇ ਤੱਥ ਹੋਰ ਦੇਣੇ ਚਾਹੁੰਦੇ ਆ, ਜਿਹੜਾ ਇਹ ਬੋਰਡ ਆ ਇਹ ਗਲਤ ਹੈਗਾ। ਇਸ ਆਧਾਰ ਤੇ ਉਹਨਾਂ ਨੂੰ ਜਿਹੜੀ ਤਰੀਕ ਆ ਗਈ ਉਹ 18 ਅਪ੍ਰੈਲ ਮੇਰੀ ਹੈਗੀ, ਠੀਕ ਹੈ ਨਾ। ਉਹਨਾਂ ਨੇ ਇਹ ਤਰੀਕ ਦੀ ਜਿਹੜੀ ਇਹ 12 ਮਈ ਤੋਂ ਬਾਅਦ ਲੈਣ ਦੀ ਕੋਸ਼ਿਸ਼ ਕਰੀ ਆ, ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ। ਜਿਹੜੀ ਉਹਨਾਂ ਤੋਂ ਇਹ ਝਲਕ ਉਹਨਾਂ ਦੇ ਹਾਰਨ ਦੀ ਉਹ ਤੁਸੀਂ ਰਿਕਾਰਡਿੰਗਾਂ 'ਚ ਸਾਫ਼ ਦੇਖ ਸਕਦੇ ਹੋ। ਇਹ ਜਿੰਨੇ
ਉਹ ਇੰਨੀ ਘਟੀਆ ਕਰਤੂਤ ਤੱਕ ਪਹੁੰਚ ਗਏ ਕਿ ਉਹਨਾਂ ਨੇ ਭਰਤੀ ਕੈਂਸਲ ਕਰਾਉਣ ਦੀ ਗੱਲ ਰੱਖਤੀ। ਉਹਨਾਂ ਨੂੰ ਇਹ ਇੱਥੇ ਤੱਕ ਨਹੀਂ ਉਹਨਾਂ ਨੇ ਸੋਚਿਆ ਕਿ ਇਹ ਜਿਹੜੀ ਇਹ ਬੋਰਡ ਆ, ਇਹ ਬੋਰਡ ਕੱਲਾ 2364 ਜਾਂ 6835 ਵਾਸਤੇ ਨਹੀਂ ਹੈਗਾ। ਜਿੰਨੀਆਂ ਬੀਐਡ ਦੀਆਂ ਭਰਤੀਆਂ ਨੇ ਉਹਨਾਂ ਸਾਰੀਆਂ ਵਾਸਤੇ ਬੋਰਡ ਇਹ ਬਣਿਆ ਹੋਇਆ। ਜਿਹੜਾ ਉਹ ਕੰਮ ਕਰ ਰਹੇ ਨੇਗੇ, ਇਹ ਸਾਰੀਆਂ ਭਰਤੀ ਨੂੰ ਖਰਾਬ ਕਰਨ ਦਾ ਕੰਮ ਕਰ ਰਹੇ ਨੇ। ਨਾ ਉਹਨਾਂ ਦਾ ਆਪਦਾ ਨੰਬਰ ਅੱਜ ਆਵੇ ਨਾ ਆਵੇ ਕੱਲ ਨੂੰ, ਸਿਰਫ ਉਹਨਾਂ ਨੇ ਭਰਤੀ ਕੈਂਸਲ ਕਰਵਾਉਣ ਲਈ। ਉਹ ਕੱਲੀ ਈਟੀਡੀ ਦੇ ਦੋਸ਼ੀ ਨਹੀਂ ਹੈਗੇ, ਉਹ ਬੀਐਡ ਜਾਂ ਜਿਹੜੀ ਐਨਟੀਡੀ ਦੀਆਂ ਪੋਸਟਾਂ ਨੇ ਉਹਨਾਂ ਦੇ ਵੀ ਦੋਸ਼ੀ ਨੇ, ਕਿਉਂਕਿ ਬੋਰਡ ਉਹਨਾਂ ਦੇ ਵਿੱਚ ਵੀ ਇਹੀ ਆ। ਇਹ ਇਨਡਾਇਰੈਕਟ ਵੇ ਨਾਲ ਉਹਨਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਨੇਗੇ। ਇਹ ਤੁਸੀਂ ਉਹਨਾਂ ਨੂੰ ਖੁਦ ਪੁੱਛ ਲਓ ਵੀ ਤੁਸੀਂ ਬੋਰਡ ਦੀ ਗੱਲ ਰੱਖੀ ਹੈ ਜਾਂ ਨਾ ਰੱਖੀ ਆ। ਹੁਣ ਜਿਹੜਾ ਉਹ ਸਮਝੌਤਾ ਗੱਲ ਕਰਨ ਦੀ ਕਰਦੇ ਨੇ, ਉਹ ਸਿਰਫ ਬੋਰਡ ਦੀ ਗੱਲ ਕਰਕੇ ਭਰਤੀ ਕੈਂਸਲ ਦੀਆਂ ਧਮਕੀਆਂ ਦੇ ਕੇ ਸਿਰਫ ਸਮਝੌਤੇ ਤੇ ਆਉਂਦੇ ਨੇ। ਉਹਨਾਂ ਨੂੰ ਪਤਾ ਸੀ ਵੀ ਹਾਰ ਚੁੱਕਿਆ। ਉਹਨਾਂ ਨੇ ਅੱਜ ਜਿਹੜਾ ਆਪਦਾ ਆਖਰੀ ਹੱਥ ਕੰਡਾ ਦੀ ਉਹ ਅਪਣਾ ਲਿਆ। ਉਹਨਾਂ ਨੇ ਆਪਦੀ ਫੇਲੀਅਰ ਸਾਬਤ ਕਰਤੀ, ਇਨਸਾਨੀਅਤ ਹੀ ਉਹਨਾਂ ਨੇ ਖੂਹ ਦੇ ਖਾਤੇ ਡੇਗਤੀ, ਕਿਉਂਕਿ ਉਹਨਾਂ ਨੇ ਬੋਰਡ ਜਿਹੜਾ ਬੋਰਡ ਚੈਲੰਜ ਕਰਨਾ ਸੀ ਉਹਨਾਂ ਨੇ ਅੱਜ ਉਹ ਕਰਿਆਗਾ। ਉਹਨਾਂ ਨੇ ਬੋਰਡ ਦੀ ਗੱਲ ਰੱਖੀ ਹੈ, 2364 ਰਿਵਿਊ ਦੀ ਗੱਲ ਰੱਖੀ ਆ। ਇਹ ਜਿਹੜਾ ਬੋਰਡ ਆ ਇਹਦਾ ਨੁਕਸਾਨ ਕੱਲਾ ਏਟੀਡੀ ਨੂੰ ਨਹੀਂ ਹੈਗਾ। ਜਿੰਨੀਆਂ ਵੀ ਬੀਐਡ ਦੀਆਂ ਭਰਤੀਆਂ ਆਈਆਂ ਹੋਈਆਂ ਨੇ ਉਹ ਸਾਰੀਆਂ ਇਸ ਬੋਰਡ ਨਹੀਂ ਕੱਢੀਆਂ ਹੋਈਆਂ ਨੇ। ਇਹ ਖੁਦ ਉਹਨਾਂ ਦਾ ਸਾਰੇ ਬੀਐਡ ਦਾ ਵੀ ਨੁਕਸਾਨ ਕਰ ਰਹੇ ਨੇ। ਇਹ ਸਿਰਫ 4-5 ਬੰਦੇ ਨੇ, ਠੀਕ ਹੈ ਨਾ, ਜਿਹੜੇ ਸਰਾਰਤੀ ਅਨਸਰ ਨੇ। ਇਹਨਾਂ ਤੋਂ ਆਪ ਨਾ ਲੱਗਿਆ ਜਾਣਾ, ਨਾ ਇਹ ਲੱਗਣਾ, ਨਾ ਇਹ ਈਟੀਟੀ ਵਾਲਾ ਕਹਿੰਦਾ, ਨਾ ਬੀਐਡ ਵਾਲੇ ਨੂੰ ਬੀਐਡ ਦੀ ਪੋਸਟ ਤੇ ਲੱਗਣ ਦੇਣਾ, ਕਿਉਂਕਿ ਇਹ ਉਹਨਾਂ ਲਈ ਵੀ ਜਿਹੜਾ ਇਹ ਟੋਆ ਪੱਟ ਰਹੇ ਨੇਗੇ। ਹੁਣ ਤੁਸੀਂ ਇਹਨਾਂ ਦੀ ਕਰਤੂਤਾ ਆਪ ਦੇਖ ਲਓ, ਇਹਨਾਂ ਤੋਂ ਆਪ ਸਵਾਲ ਪੁੱਛ ਲਿਓ ਵੀ ਤੁਹਾਡੇ ਵਕੀਲਾਂ ਵੱਲੋਂ ਇਹ ਗੱਲਾਂ ਰੱਖੀਆਂ ਗਈਆਂ ਨੇ, ਭਰਤੀ ਸਟਕ ਡਾਊਨ ਦੀ ਗੱਲ ਰੱਖੀ ਗਈ ਆ, ਜਿਹੜਾ ਉਹਨਾਂ ਨੇ ਰਿਵਿਊ 12 ਤਰੀਕ ਦੀ ਉਦੋਂ ਬਾਅਦ ਚੋਂ ਡੇਟ ਲੈਣ ਦੀ ਜਿਹੜੀ ਗੱਲ ਉਹ ਰੱਖੀ ਗਈ ਆ, ਪਰ ਇਹਨਾਂ ਨੂੰ ਸਫਲਤਾ ਕੱਖ ਵੀ ਨਹੀਂ ਮਿਲੀ, ਨਾ ਇਹਨਾਂ ਨੂੰ ਮਿਲੇ। ਸਾਥੀਓ, ਲੋੜ ਆ ਗਈ ਹੁਣ ਏਕਾ ਬਣਾ ਕੇ ਲੜੋ। ਇੱਥੇ ਜਿੱਤਿਆ ਤਾਂ ਜਿੱਤਾਂਗੇ ਅਗਲਾ ਮੋਰਚਾ ਵੀ। ਚਾਹੀਦੀ ਇਹ ਕੁਛ ਵੀ ਰੂਲ ਚੈਲੰਜ ਕਰਨਾ, ਚਾਹੀਦੀ ਇਹ ਬੋਰਡ ਨੂੰ ਚੈਲੰਜ ਕਰਨਾ, ਮਿਲਣਾ ਇਹਨਾਂ ਨੂੰ ਕੱਖ ਨਹੀਂ ਹੈਗਾ। ਇਹਨਾਂ ਨੇ ਕਰਨਾ ਕੀ ਆ? ਨਾ ਇਹਨਾਂ ਨੇ ਬੀਐਡ ਵਾਲੇ ਲੱਗਣ ਦੇ ਨੇ, ਨਾ ਇਹਨਾਂ ਨੇ ਐਨਟੀਟੀ ਵਾਲੇ ਲੱਗਣ ਦੇ, ਨਾ ਇਹਨਾਂ ਨੇ ਈਟੀਟੀ ਵਾਲੇ ਲੱਗਣ ਦੇ ਨੇ। ਇਹਨਾਂ ਦੇ ਪੱਲੇ ਕੀ ਆ? ਸਿਰਫ ਬੋਰਡ ਚੈਲੰਜ ਕਰਨਾ ਸੀ ਇਹਨਾਂ ਨੇ, ਉਹ ਕਰਤਾ। ਉੱਥੇ ਵੀ ਇਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ, ਸਿਰਫ ਆਪਣੇ ਕਾਬਲ ਵਕੀਲਾਂ ਦੇ ਕਾਰਨ ਇਹ ਜਿਹੜਾ ਹੈਗਾ ਭਰਤੀ ਬਚੀ ਹੈਗੀ। ਇਹੀ ਕਾਬਲ ਵਕੀਲ ਬੀਐਡ ਦੀਆਂ ਭਰਤੀਆਂ ਵੀ ਬਚਾਉਣਗੇ, ਐਨਟੀਟੀ ਦੀਆਂ ਭਰਤੀਆਂ ਵੀ ਬਚਾਉਣਗੇ, ਈਟੀਟੀ ਦੀਆਂ ਵੀ ਭਰਤੀਆਂ ਵੀ ਬਚਾਉਣਗੇ। ਪਰ ਇਹਨਾਂ ਦੇ ਕਾਬਲ ਜਿਹੜੇ ਵਕੀਲ ਨੇ ਉਹ ਲੱਖ ਕੋਸ਼ਿਸ਼ ਕਰ ਲੈਣ, ਉਹ ਕੋਈ ਭਰਤੀ ਦਾ ਕਦੇ ਨੁਕਸਾਨ ਨਹੀਂ ਕਰ ਸਕਦੇ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ 18 ਤਰੀਕ ਨੂੰ ਜਿਹੜਾ ਬੋਰਡ ਵਾਲਾ ਮੈਟਰ ਆ ਇਹ ਪੂਰੀ ਤਰ੍ਹਾਂ ਸੋਲਵ ਹੋ ਜੇ। ਸਾਡੀ ਡਿਪਾਰਟਮੈਂਟ ਨਾਲ ਵੀ ਹੁਣ ਗੱਲ ਚੱਲੀ ਆ, ਇਸ ਤੋਂ ਅਸੀਂ ਆਪਦੇ ਵਕੀਲਾਂ ਨਾਲ ਜਿਹੜੀ ਉਹਨਾਂ ਨਾਲ ਵੀ ਇਹ ਗੱਲ ਕਰਨਾ ਚਾਹੁੰਦੇ ਆ। ਹੁਣ ਇੱਕ ਫਰਜ਼ ਸਾਥੀਓ ਤੁਹਾਡਾ ਬਣਦਾ, ਤੁਸੀਂ ਇਹਨਾਂ ਨੂੰ ਪੁੱਛੋ ਵੀ ਤੁਸੀਂ ਇਹ ਘਟੀਆ ਹਰਕਤ ਕਰੀ ਕਿਉਂ ਆ। ਜਿਹਦੀ ਉਹ ਬੀਐਡ ਵਾਲਾ ਹੋਵੇ, ਐਨਟੀਟੀ ਵਾਲਾ ਹੋਵੇ, ਤੁਸੀਂ ਬੋਰਡ ਚੈਲੰਜ ਕਰਿਆ ਕਿ ਬੀਐਡ ਦੀਆਂ ਪੋਸਟਾਂ ਕਿਸੇ ਹੋਰ ਬੋਰਡ ਨੇ ਕੱਢੀਆਂ ਨੇ। ਤੁਸੀਂ ਖੁਦ ਇਹਨਾਂ ਤੋਂ ਸਵਾਲ ਪੁੱਛੋ ਵੀ ਇੰਨੀਆਂ ਘਟੀਆ ਹਰਕਤਾਂ ਤੁਸੀਂ ਕਰ ਕਿਵੇਂ ਸਕਦੇ ਇੱਕ ਪੜ੍ਹੇ ਲਿਖੇ ਇਨਸਾਨ ਹੋਣ ਕਰਕੇ। ਸੋ ਸਾਥੀਓ, ਇਸ ਤੋਂ ਬਾਅਦ ਚ ਜੋ ਤੁਹਾਨੂੰ ਅਗਲੀ ਗੱਲ ਆ ਉਹ ਨਿਰਮਲ ਜੀਰਾ ਜੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਅੱਜ ਕੋਰਟ ਦੇ ਵਿੱਚ ਜੋ ਵੀ ਮਸਲਾ ਹੋਇਆ ਉਸ ਬਾਰੇ ਤੁਹਾਨੂੰ ਪ੍ਰਧਾਨ ਜੀ ਤੇ ਆਪਣੇ ਜਰਨੈਲ ਨਾਗਰਾ ਜੀ ਸਾਰਾ ਦੱਸ ਕੇ ਹੀ ਗਏ ਨੇ ਕਿ ਜਦੋਂ ਓਪੋਜੀਸ਼ਨ ਦਾ ਭਰਤੀ ਨੂੰ ਢਾਹ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਓਪੋਜੀਸ਼ਨ ਵੱਲੋਂ ਕੀਤੀ ਜਾ ਰਹੀ ਆ, ਤਾਂ ਸਾਥੀਓ ਹੁਣ ਇੱਥੇ ਲੋੜ ਏਕਾ ਬਣਾਉਣ ਦੀ ਆ, ਇਹਨਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੀ ਆ ਕਿ ਜਿਹੜੇ ਬੜੀ ਜੱਦੋ-ਜਹਿਦ ਤੋਂ ਬਾਅਦ ਲਈਆਂ ਭਰਤੀਆਂ ਨੂੰ ਇੱਕ ਭੰਗ ਦੇ ਭਾਣੇ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹ ਜਿਹੜੀਆਂ ਦਲੀਲਾਂ ਨੇ, ਜਿਹੜਾ ਕੇਸ ਦੇ ਵਿੱਚ ਕੋਈ ਮਸਲਾ ਨਹੀਂ ਹੈਗਾ, ਉਸ ਨੂੰ ਉਭਾਰ ਕੇ ਤੇ ਕਿੱਦਾਂ ਭਰਤੀਆਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜੇਕਰ ਬੋਰਡ ਦੀ ਗੱਲ ਵਾਰ-ਵਾਰ ਇਹਨਾਂ ਐਡਵੋਕੇਟ ਵੱਲੋਂ ਕੀਤੀ ਜਾਂਦੀ ਆ ਤਾਂ ਪਿਛਲੇ 5 ਸਾਲਾਂ ਦੇ ਵਿੱਚ, ਚਾਹੇ 10 ਸਾਲਾਂ ਦੇ ਵਿੱਚ ਜਿੰਨੀਆਂ ਭਰਤੀਆਂ ਹੋਈਆਂ ਤਾਂ ਉਹ ਡਾਇਰੈਕਟਰ ਆਫ ਬੋਰਡ ਜੋ ਅੱਜ ਭਰਤੀਆਂ ਕਰ ਰਿਹਾ ਉਸੇ ਨੇ ਕੀਤੀਆਂ ਨੇ, ਤੇ ਅੱਗੇ ਵੀ ਜਿਹੜੀਆਂ ਭਰਤੀਆਂ ਪ੍ਰੋਸੈਸ ਦੇ ਵਿੱਚ ਨੇ ਜਿਨ੍ਹਾਂ ਦਾ ਪੇਪਰ ਰਹਿੰਦਾ ਉਹ ਵੀ ਇਹੀ ਬੋਰਡ ਭਰਤੀ ਕਰ ਰਿਹਾ। ਆ ਇੱਕ ਬਹੁਤ ਉਹਨਾਂ ਨੇ ਜਦੋਂ ਚਾਰੇ ਪਾਸਿਓਂ ਹਾਰ ਮਿਲਦੀ ਵੇਖੀ ਤਾਂ ਅੱਜ ਸਟੇ ਟੁੱਟਣ ਤੋਂ ਜਦੋਂ ਐਨ ਕੰਢੇ ਤੇ ਸੀ, ਜਿਸ ਤਰ੍ਹਾਂ ਪ੍ਰਧਾਨ ਜੀ ਦੱਸ ਕੇ ਗਏ, ਤੇ ਵਾਕਿਆ ਹੀ ਉਹ ਗੱਲ ਸਹੀ ਸੀ। ਉਹਨਾਂ ਐਨ ਮੌਕੇ ਤੇ ਐਂਡ ਤੇ ਇਹ ਪੁਆਇੰਟ ਜਿਹੜਾ ਉਹ ਉਠਾਇਆ। ਤਾਂ ਸਾਥੀਓ, ਹੁਣ ਤੁਹਾਡੇ ਏਕੇ ਦਾ ਸਬੂਤ ਆ, ਤੁਸੀਂ ਇਹਨਾਂ ਤੋਂ ਸਵਾਲ ਪੁੱਛਣੇ ਆ, ਏਕਾ ਬਣਾ ਕੇ ਰੱਖਣਾ। ਆਉਣ ਵਾਲੇ ਟਾਈਮ 'ਚ ਇਹ ਜਿਹੜਾ ਜੋ ਵੀ ਇਹਨਾਂ ਕੀਤਾ, ਇਹ 18 ਅਪ੍ਰੈਲ ਨੂੰ ਇਹਦਾ ਮੂੰਹ ਤੋੜਵਾ ਜਿਹੜਾ ਜਵਾਬ ਆ ਉਹ ਦਿੱਤਾ ਜਾਊਗਾ। ਤੁਸੀਂ ਏਕਾ ਬਣਾ ਕੇ ਰੱਖੋ
ਕਿਸੇ ਨਾਲ ਗਰੁੱਪਾਂ ਦੇ ਵਿੱਚ ਬੈਸਣ ਦੀ ਲੋੜ ਨਹੀਂ। ਜਿਹੜੇ ਮਾਮਲੇ ਆ ਜੇ ਅਦਾਲਤਾਂ ਦੇ ਵਿੱਚ ਚੱਲਦੇ ਆ ਤਾਂ ਉਹ ਨਿਬੜਦੇ ਥੋੜਾ ਕਈ ਵਾਰੀ ਟਾਈਮ ਲੱਗਦਾ, ਤਾਂ ਕਿਸੇ ਤਰ੍ਹਾਂ ਦਾ ਘਬਰਾਉਣ ਦੀ ਲੋੜ ਨਹੀਂ। ਜਿੱਥੇ ਆਪਾਂ ਥੋੜਾ ਸਮਾਂ ਪਹਿਲਾਂ ਬਤਾਇਆ ਹੈ ਕਿ ਟੈਨਸ਼ਨਾਂ ਦੇ ਵਿੱਚ ਬੇਚੈਨੀਆਂ ਦੇ ਵਿੱਚ ਸਮਾਂ ਬੀਤਦਾ, ਅੱਜ ਵੀ ਸਾਰੇ ਸਾਥੀਆਂ ਦੀ ਨਿਗਾਹ ਅੱਜ ਦੀ 30 ਤਰੀਕ ਤੇ ਸੀ, ਪਰ ਨਿਰਾਸ਼ਾ ਉਦੋਂ ਹੱਥ ਲੱਗੀ ਜਦੋਂ ਇਹਨਾਂ ਵੱਲੋਂ ਇੱਕ ਘਟੀਆ ਚਾਲ ਚੱਲ ਕੇ ਇਸ ਦੀ ਤਰੀਕ ਅੱਗੇ ਪਈ ਗਈ। ਪਹਿਲਾਂ ਇਸ ਦੀ ਤਰੀਕ ਹੋਰ ਅੱਗੇ ਲੈਣਾ ਚਾਹੁੰਦੇ ਸੀ, ਉਹ ਤਾਂ ਘੱਟੋ ਘੱਟ 1.5 ਮਹੀਨੇ ਦੀ ਤਰੀਕ ਮੰਗ ਰਹੇ ਸੀ। ਜੇਕਰ ਕਿਤੇ ਆਪਾਂ ਨੂੰ ਹਾਰ ਦਾ ਕਾਰਨ ਆਪਾਂ ਹਾਰਦੇ ਦਿਸਦੇ, ਆਪਾਂ ਤਰੀਕ ਲੰਮੀ ਤਾਂ ਮੰਗਦੇ ਆ, ਜੇਕਰ ਆਪਾਂ ਜਿੱਤ ਵੱਲ ਨੂੰ ਹੋਈਏ ਤੇ ਆਪਾਂ ਤਰੀਕ ਨੇੜੇ ਮੰਗਦੇ ਆ। ਤੇ ਅੱਜ ਬੀਐਡ ਨੇ ਉੱਥੇ ਬੀਐਡ ਦੇ ਸਾਥੀਆਂ ਵੱਲੋਂ, ਜਿਹੜੀ ਬੀਐਡ ਦੇ ਐਡਵੋਕੇਟ ਵੱਲੋਂ ਅੱਜ ਜਿਹੜੀ ਤਰੀਕ ਉਹ ਲੰਮੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਜੱਜ ਸਾਹਿਬ ਨੇ ਜਿਹੜੀ ਤਰੀਕ ਤਾਂ ਨੇੜੇ ਦੇ ਦੇਣੀ ਸੀ, ਪਰ 18 ਤਰੀਕ ਛੁੱਟੀਆਂ ਨੂੰ ਮੁੱਖ ਰੱਖ ਕੇ ਕੁਝ 17 ਤਰੀਕ ਤੱਕ ਛੁੱਟੀਆਂ ਹੋਣ ਕਰਕੇ ਜਿਹੜੀ 18 ਤਰੀਕ ਆ ਉਹ ਜੱਜ ਸਾਹਿਬਾਨ ਵੱਲੋਂ ਦਿੱਤੀ ਗਈ ਆ। ਤਾਂ ਸਾਥੀਓ, ਏਕਾ ਬਣਾ ਕੇ ਰੱਖੋ, ਘਬਰਾਉਣ ਦੀ ਲੋੜ ਨਹੀਂ, ਭਰਤੀਆਂ ਪੂਰੀਆਂ ਹੋਣਗੀਆਂ। ਜਿਹੜਾ ਇਹਨਾਂ ਨੇ ਅੱਜ ਨਵਾਂ ਸਵਾਲ ਖੜਾ ਕੀਤਾ ਉਹਦਾ ਜਵਾਬ ਵੀ ਜਿਹੜਾ ਬੜੀ ਜਲਦੀ ਆ ਉਹ ਦਿੱਤਾ ਜਾਊਗਾ। ਤੇ ਜੇ ਕੋਈ ਵੱਧ ਘੱਟ ਬੋਲਿਆ ਖਿਮਾ ਦਾ ਜਾਚਕਾਂ। ਜੈ ਜਨਤਾ ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਇਸ ਤੋਂ ਬਾਅਦ ਮੈਂ ਸ਼ੈਲਿੰਦਰ ਕੰਬੋਜ ਜੀ ਨੂੰ ਕਹਾਂਗਾ ਆਪਦੇ। ਹਾਂਜੀ, ਬਹੁਤ ਹੀ ਸਤਿਕਾਰਯੋਗ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀਓ, ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਥੀਓ, ਨਿਰਾਸ਼ ਨਹੀਂ ਹੋਣਾ ਹੈ। ਸਾਰਿਆਂ ਨੇ ਜਿਹੜਾ ਹੈਗਾ ਉਹ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈਗਾ। ਬਹੁਤ ਹੀ ਉਹ ਸਮਾਂ ਆਪਣਾ ਨਜ਼ਦੀਕ ਹੋਣੇ ਵਾਲਾ ਹੈਗਾ ਜਦੋਂ ਤੁਸੀਂ ਸਾਰੇ ਜਿਹੜੇ ਹੈ ਉਹ ਸਕੂਲਾਂ ਦੇ ਵਿੱਚ ਹੋਵੋਗੇ। ਔਰ ਅੱਜ ਇੱਥੇ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਜਿਹੜਾ ਤੁਸੀਂ ਆਪਾਂ ਪਿੱਛੇ ਦੇਖ ਰਹੇ ਹੈਗੇ ਸੀਗੇ ਕਿ ਇੱਕ ਸਾਡੇ ਸਾਥੀਆਂ ਵੱਲੋਂ ਵੀ ਜਿਹੜਾ ਹੈਗਾ ਇੱਕ ਉਹ ਚੱਲ ਰਿਹਾ ਸੀਗਾ ਕਿ ਹਾਂ 2364 ਜਿਹੜੀ ਹੈਗੀ ਹੈ ਉਹ ਯੂਨੀਅਨ ਚਿਹਰਾ ਜਿਹੜਾ ਹੈਗਾ ਉਹ ਬੰਦਿਆਂ ਦਾ ਜਿਹੜਾ ਹੈਗਾ ਉਹ ਬੇਨਕਾਬ ਹੋਇਆ। ਤਾਂ ਅੱਜ ਸਾਥੀਓ, ਆਪਣੀ ਜਿਹੜੀ ਕੋਰਟ ਦੇ ਵਿੱਚ ਹੀਅਰਿੰਗ ਚੱਲ ਰਹੀ ਸੀਗੀ ਉਸ ਦੇ ਵਿੱਚ ਸੂਬਾ ਪ੍ਰਧਾਨ ਦੀਪਕ ਕੰਬੋਜ, ਕਾਨੂੰਨੀ ਸਲਾਹਕਾਰ ਜਰਨੈਲ ਨਾਗਰਾ ਔਰ ਮੈਂ, ਅਸੀਂ ਤਿੰਨੋਂ ਜਿਹੜੇ ਹੈਗੇ ਆ ਉਹ ਕੋਰਟ ਦੇ ਵਿੱਚ ਪ੍ਰੈਜ਼ੈਂਟ ਹੈਗੇ ਸੀਗੇ ਅੰਦਰ ਜਿੱਥੇ ਹੀਅਰਿੰਗ ਹੋ ਰਹੀ ਸੀਗੀ। ਡਬਲ ਬੈਂਚ ਤੇ ਆਪਣਾ ਕੇਸ ਆਲਰੇਡੀ ਤੁਸੀਂ ਸਾਰੇ ਜਾਣਦੇ ਹੀ ਹੈਗੇ ਹੋ। ਤਾਂ ਬੜੇ ਸੋਹਣੇ ਤਰੀਕੇ ਦੇ ਨਾਲ ਆਪਣੇ ਜਿਹੜੇ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਵਕੀਲ ਹੈਗੇ ਆ ਸ਼੍ਰੀ ਆਤਮਾ ਰਾਮ ਜੀ ਜਿਹੜੇ ਹੈਗੇ ਸਾਡੇ, ਉਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਹੈਗਾ ਅੱਜ ਉਹ ਪੈਰਵਾਈ ਕਰੀ। ਔਰ ਸੈਣੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਵੀ ਦੂਸਰੇ ਐਂਡ ਤੇ ਜਿਹੜਾ ਹੈਗਾ ਉਹਨਾਂ ਦੇ ਨਾਲ ਬਹੁਤ ਸੋਹਣੀ ਜਿਹੜੀ ਹੈ ਉਹ ਭੂਮਿਕਾ ਨਿਭਾਈ। ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਆਪਣੇ ਆਰਗੂਮੈਂਟ ਜਿਹੜੇ ਪੇਸ਼ ਕਰੇ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਪੰਜਾਬ ਦੇ ਏਜੀ ਸਾਹਿਬ ਪੇਸ਼ ਹੋਏ ਜਾਂ ਨਹੀਂ ਹੋਏ, ਤਾਂ ਡਿਪਟੀ ਏਜੀ ਔਰ ਸਰਕਾਰੀ ਵਕੀਲ ਜਿਹੜੇ ਹੈਗੇ ਸੀਗੇ ਡਿਪਾਰਟਮੈਂਟ ਦੇ ਵੱਲੋਂ, ਤਾਂ ਸਰਕਾਰ ਵੀ ਜਿਹੜੀ ਹੈਗੀ ਆ ਸਾਥੀਓ ਉਹ ਤੁਹਾਡੇ ਹੁਣ ਪੂਰੇ ਹੱਕ ਦੇ ਵਿੱਚ ਭੁਗਤੀ ਹੈ। ਸੋ ਗਰੁੱਪਾਂ ਦੇ ਵਿੱਚ ਆਪਾਂ ਨੂੰ ਪਹਿਲਾਂ ਕਿਆਸ ਰਾਈਆਂ ਲਾ ਕੇ ਕੁਝ ਵੀ ਗਲਤ ਜਿਹੜਾ ਹੈਗਾ ਉਹ ਨਹੀਂ ਬੋਲਣਾ ਚਾਹੀਦਾ, ਜਾਂ ਆਪਾਂ ਕਹਿ ਲਓ ਆਪਾਂ ਬੜਾ ਲੇਟ ਚੱਲ ਰਹੇ ਸੀ ਕਿਉਂਕਿ ਕੁਝ ਆਪਣੇ ਕਹਿ ਲਓ ਮਨ ਦੇ ਹਾਲਾਤ ਹੀ ਇਹੋ ਜਿਹੇ ਹੈਗੇ ਆ। ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਕਰਦਿਆਂ ਤਰੀਕ ਤੇ ਤਰੀਕ ਪੈਣੇ ਦੀ ਵਜ੍ਹਾ ਕਰਕੇ ਨਿਰਾਸ਼ਾ ਜ਼ਰੂਰ ਆਉਂਦੀ ਹੈਗੀ ਹੈ। ਔਰ ਅਸੀਂ ਨਿਰਾਸ਼ ਹੋ ਕੇ ਜਿਹੜਾ ਇਹ ਸਭ ਕੁਝ ਬੋਲਦੇ ਆ। ਤਾਂ ਐਵੇਂ ਦੀ ਕੋਈ ਗੱਲ ਨਹੀਂ ਹੈ। ਹੁਣ ਉਹ ਸਮਾਂ ਬਹੁਤ ਨਜ਼ਦੀਕ ਆ ਗਿਆ ਕਿ ਦੇਖੋ ਤੁਹਾਨੂੰ ਡਿਟੇਲ ਦੇ ਵਿੱਚ ਆਪਣੇ ਪਹਿਲੇ ਤਿੰਨੋਂ ਬੁਲਾਰਿਆਂ ਨੇ ਉਹ ਸਾਰੀ ਗੱਲ ਦੱਸਤੀ ਹੈ ਕਿ ਅੱਗੇ ਜਿਹੜਾ ਹੈਗਾ ਉਹ ਨੈਕਸਟ ਹੋਣੇ ਵਾਲਾ ਕੀ ਹੈਗਾ। ਸੋ ਅੱਜ ਬੀਐਡ ਜਿਹੜੀ ਹੈਗੀ ਆ ਪੂਰੀ ਬੈਕਫੁੱਟ ਤੇ ਬੀਐਡ ਜਿਹੜੀ ਆ ਉਹ ਅੱਜ ਬਾਹਰ ਹੋ ਗਈ ਹੈ। ਸਟੇਜ ਜਿਹੜਾ ਹੈਗਾ ਉਹ ਟੁੱਟ ਗਿਆ ਸੀਗਾ, ਲੇਕਿਨ ਐਟ ਲਾਸਟ ਤੇ ਜਿਹੜਾ ਹੈਗਾ ਉਹ ਭਰਤੀ ਨੂੰ ਜਿਹੜਾ ਰੋਲਣੇ ਦੇ ਵਾਸਤੇ ਜਿਹੜਾ ਲਾਸਟ ਦਾ ਜਿਹੜਾ ਆਪਾਂ ਕਹਿੰਦੇ ਹੈਗੇ ਆ ਉਹ ਅੱਜ ਓਪੋਜੀਸ਼ਨ ਦੇ ਜਿਹੜੇ ਸਾਥੀ ਹੈਗੇ ਆ ਉਹਨਾਂ ਦੇ ਵੱਲੋਂ ਜਿਹੜਾ ਉਹ ਦਾ ਜਿਹੜਾ ਉਹ ਅੱਜ ਖੇਡ ਲਿਆ ਗਿਆ ਹੈਗਾ। ਸੋ ਕੋਈ ਗੱਲ ਨਹੀਂ ਹੈ, ਰੱਬ ਦੀ ਰਜ਼ਾ ਹੈ, ਬਾਬੇ ਨਾਨਕ ਦੀ ਰਜ਼ਾ ਹੈਗੀ ਆ। ਅਸੀਂ ਉਹਦਾ ਭਾਣਾ ਜਿਹੜਾ ਅੱਜ ਫਿਰ ਮੰਨ ਲਿਆ ਗਿਆ। ਤਾਂ ਅੱਗੇ ਜਿਹੜਾ ਅਸੀਂ ਸਰਬੱਤ ਦੇ ਭਲੇ ਦੀ ਜਿਹੜੀ ਹੈ ਅਸੀਂ ਪਹਿਲਾਂ ਤੋਂ ਵੀ ਦੁਹਾਈ ਜਿਹੜਾ ਉਹ ਦਿੰਦੇ ਆਏ ਹੈਗੇ ਆ ਔਰ ਦਿੰਦੇ ਰਹਾਂਗੇ। ਕਹਿਣੀ ਔਰ ਕਰਨੀ ਜਿਹੜੀ ਹੈ ਸਾਡੀ ਪਹਿਲੇ ਦਿਨ ਤੋਂ ਹੀ ਜਿਹੜੀ ਹੈ ਉਹ ਇੱਕ ਹੀ ਰਹੀ ਹੈਗੀ ਹੈ। ਸੋ ਸਾਥੀਓ, ਆਉਣ ਵਾਲੇ ਦਿਨਾਂ ਦੇ ਵਿੱਚ 66-35 ਦੇ ਨਾਲ ਜਿਹੜੀ ਹੈ ਉਹ 2364 ਵੀ ਜਿਹੜੀ ਹੈਗੀ ਉਹ ਤੁਹਾਨੂੰ ਜਿਹੜਾ ਉਹ ਸਿਰੇ ਚੜ੍ਹਦੀ ਹੋਈ ਜਿਹੜੀ ਉਹ ਦਿਖਾਈ ਦੇਊਗੀ। ਸਿਰਫ ਗੱਲ ਜਿਹੜੀ ਹੈ ਉਹ ਸਿਰਫ ਮਹੀਨੇ ਔਰ 2 ਮਹੀਨੇ ਦੀ ਹੈਗੀ ਹੈ। ਮਈ ਦੇ ਵਿੱਚ ਜਿਹੜੀਆਂ ਤੁਹਾਡੀਆਂ ਸੋ ਸਾਥ ਵਿਸ਼ਵਾਸ ਔਰ ਏਕਾ ਜਿਹੜਾ ਸਾਰੇ ਜਿਹੜੇ ਆ ਈਟੀਟੀ ਵਾਲੇ ਬੇਰੁਜ਼ਗਾਰ ਸਾਥੀ ਜਿਹੜੇ ਉਹ ਬਣਾ ਕੇ ਰੱਖੋ। ਔਰ
ਨਵਾਂ ਨੋਟੀਫਿਕੇਸ਼ਨ ਵੀ ਜਿਹੜਾ ਹੈਗਾ ਸਾਥੀਓ ਇਸੇ ਤਰ੍ਹਾਂ ਤੇ ਹੀ ਆਉਣਾ ਹੈ। ਆਪਾਂ ਜਿਹੜੇ ਅੱਜ ਤੱਕ ਜਿਹੜੇ ਉਹ ਵੜੇ ਹੋਏ ਆ, ਕਿਉਂਕਿ ਈਟੀਡੀ ਦੀ ਪੋਸਟ ਹੈ, ਅਸੀਂ ਬੀਐਡ ਨੂੰ ਇਸ ਤੇ ਐਂਟਰੀ ਨਹੀਂ ਹੋਣ ਦੇਣੀ। ਤਾਂ ਦੂਸਰੀ ਗੱਲ ਤੁਹਾਨੂੰ ਇਹ ਦੱਸ ਦਿਆਂ ਕਿ ਹੁਣ ਬੀਐਡ ਵਾਲਿਆਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਤੱਥ ਨਹੀਂ ਹੈਗਾ ਵੀ ਉਹ ਬੀਐਡ ਨੂੰ ਜਿਹੜੀ ਈਟੀਡੀ ਦੇ ਪੋਸਟ ਤੇ ਜਿਹੜਾ ਉਹ ਐਲੀਜੀਬਲ ਕਰਵਾ ਸਕਣ। ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਜੋਧਪੁਰ ਹਾਈ ਕੋਰਟ ਦੇ ਵੱਲੋਂ ਜੋ ਡਿਸੀਜਨ ਆਇਆ ਸੀਗਾ ਉਸ ਰਿਲੇਟਡ ਜੋ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸਾਥੀਓ, ਜੱਜ ਸਾਹਿਬ ਨੇ ਆਫਰ ਲੈਟਰ ਦੇਣ ਲਈ ਓਨਲੀ ਬੀਐਸਟੀਸੀ ਨੂੰ ਜਿਹੜਾ ਆਰਡਰ ਕੀਤੇ ਹੋਏ ਨੇ, ਤੇ ਉਹੀ ਅੱਜ ਦੁਬਾਰਾ ਜੱਜ ਸਾਹਿਬ ਨੇ ਆਪਣੇ ਹਾਈ ਕੋਰਟ ਦੇ ਵਿੱਚ ਵੀ ਇਹੋ ਹੀ ਗੱਲ ਕਹੀ ਹੈ। ਜਦੋਂ ਸੁਪਰੀਮ ਕੋਰਟ ਦੇ ਵਿੱਚ ਸਟੇ ਨਹੀਂ ਹੋ ਸਕਦਾ ਤੇ ਹਾਈ ਕੋਰਟ ਦੇ ਵਿੱਚ ਸਟੇ ਕਿਵੇਂ ਹੋ ਸਕਦਾ ਹੈ? ਅੱਜ ਆਪਣੇ ਆਫਰ ਲੈਟਰ ਜਿਹੜੇ ਆ ਸਟੇ ਟੁੱਟ ਜਾਣਾ ਸੀਗਾ। ਪਰੰਤੂ ਸਾਥੀਓ ਤੁਹਾਨੂੰ ਇਹ ਮੈਂ ਗੱਲ ਕਰ ਦਿਆਂ ਕਿ ਜਿਹੜੀ ਨਵੀਆਂ ਤੋਂ ਨਵੀਆਂ ਆਡੀਓ ਪਾ ਕੇ ਗੱਲ ਕਰ ਰਿਹਾ ਕਿ ਸਾਡੇ ਨਾਲ ਸਮਝੌਤਾ ਆ ਕੇ ਜਿਹੜੀ ਈਟੀਡੀ ਯੂਨੀਅਨ ਦੇ ਆਗੂ ਹੈਗੇ ਉਹ ਕਰ ਲੈਣ, 200-250 ਸਾਡਾ ਬੰਦਾ ਲੱਗਦਾ ਹੈ ਤਾਂ ਸਾਨੂੰ ਬੈਠ ਕੇ ਜਿਹੜੀ ਉਹ ਗੱਲਬਾਤ ਕਰ ਲੈਣੀ ਚਾਹੀਦੀ ਹੈ। ਹਾਂ, ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਇੱਥੋਂ ਤੁਹਾਨੂੰ ਸਾਰਾ ਕੁਝ ਸਪਸ਼ਟ ਹੋ ਰਿਹਾ ਹੈ ਕਿ ਬੀਐਡ ਜਿਹੜੀ ਹੈ ਉਹ ਮੁੱਢ ਤੋਂ ਹੀ ਸਾਰੀ ਜਿਹੜੀ ਹੈ ਈਟੀਡੀ ਦੇ ਵਿੱਚੋਂ ਆਊਟ ਹੋ ਰਹੀ ਹੈ, ਕਿਉਂਕਿ ਜਿਹੜੀ ਅੱਜ ਸਮਝੌਤਿਆਂ ਦੀ ਗੱਲ ਹੋ ਰਹੀ ਹੈ ਕਿ ਇੱਥੋਂ ਤੁਹਾਨੂੰ ਸਾਰਿਆਂ ਨੂੰ ਕਨਫਰਮ ਹੋਣਾ ਚਾਹੀਦਾ ਹੈ ਕਿ ਬੀਐਡ ਜਿਹੜੀ ਹੈ ਉਹ ਆਊਟ ਹੋ ਚੁੱਕੀ ਹੈ। ਸਿਰਫ ਇੱਕ ਛੋਟਾ ਮੈਟਰ ਜਿਹੜਾ ਹੈ ਉਹ ਇੱਕ ਬੋਰਡ ਦਾ ਮੈਟਰ ਜਿਹੜਾ ਉਹ ਆ ਕੇ ਜਿਹੜਾ ਵਿੱਚ ਇਸ਼ੂਜ਼ ਜਿਹੜਾ ਨਹੀਂ ਸੀਗਾ ਉਹ ਵੀ ਆ ਕੇ ਜਿਹੜਾ ਉਹ ਖੜਾ ਹੋ ਗਿਆ। ਪਰੰਤੂ ਇਹ ਕੋਈ ਐਡਾ ਵੱਡਾ ਮੈਟਰ ਨਹੀਂਗਾ। ਅਸੀਂ ਡਿਪਾਰਟਮੈਂਟ ਦੇ ਨਾਲ ਵੀ ਗੱਲ ਕਰੀ ਹੈ, ਡਾਇਰੈਕਟਰ ਸਾਹਿਬ ਦੇ ਨਾਲ, ਐਡਵੋਕੇਟ ਜਿਹੜੇ ਆਪਣੇ ਪ੍ਰਾਈਵੇਟ ਹੈਗੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰੀ ਹੈ। ਤਾਂ ਸਾਥੀਓ ਆਪਦੀ ਕੋਸ਼ਿਸ਼ ਅਸੀਂ ਪੂਰੀ ਕਰਾਂਗੇ ਕਿ 6635 ਜਿਹੜੀ ਹੈ ਓਨਲੀ ਈਟੀਡੀ ਦੀ ਜਿਹੜੀ ਭਰਤੀ ਹੈ ਉਹ ਸਾਡੀ ਹੋਊਗੀ। 18 ਤਰੀਕ ਤੱਕ ਅਸੀਂ ਬੋਰਡ ਤੇ ਵੀ ਜਿਹੜੇ ਆ ਸਬੂਤ ਜਿਹੜੇ ਆ ਉਹ ਆਦੇ ਜਿਹੜੇ ਤੱਥ ਹੈ ਉਹ ਅਸੀਂ ਪੂਰੇ ਜਿਹੜੇ ਕੰਪਲੀਟ ਕਰਾਂਗੇ। ਤੇ ਜਿੰਨਾ ਤੱਕ ਵੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਦਿਨ ਰਾਤ ਇੱਕ ਕਰਕੇ ਇਹ ਭਰਤੀ ਨੂੰ ਜਿਹੜਾ ਓਨਲੀ ਈਟੀਡੀ ਦੇ ਟੈਟ ਦੇ ਪਾਸ ਦੇ ਜਿਹੜੇ ਆ ਸਾਡੇ ਸਾਥੀ ਹੈਗੇ ਉਹ ਭਰਤੀ ਜਿਹੜੀ ਆ ਕੰਪਲੀਟ ਕਰਵਾਵਾਂਗੇ। ਨਵਾਂ ਇਸ਼ਤਿਹਾਰ ਵੀ ਜਿਹੜਾ ਸਾਥੀਓ ਇੱਥੇ ਮੈਂ ਗੱਲ ਕਰਦੇ ਆ, ਜੇਕਰ ਆਪਾਂ ਚਾਹੁੰਦੇ ਆ ਵੀ ਤੁਹਾਡੇ ਕੋਲ ਭਰਤੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਵੀ ਭਰਤੀ ਕੰਪਲੀਟ ਨਹੀਂ ਕਰਾਉਣਾ ਚਾਹਦੇ, ਕਿਉਂਕਿ ਇਹ ਇਸ਼ੂਜ਼ ਜਿਹੜੇ ਆ ਐਨਸੀਡੀ ਦੇ ਰੂਲਾਂ ਦੇ ਕਰਕੇ ਲੱਗੇ ਹੋਏ ਨੇ ਤੇ ਭਰਤੀ ਤਾਂ ਨਹੀਂ ਕੰਪਲੀਟ ਹੋ ਰਹੀ। ਪਰ ਉਹ ਵੀ ਇਸ਼ੂਜ਼ ਜਿਹੜੇ ਆ ਉਹ ਖਤਮ ਹੋ ਚੁੱਕੇ ਨੇ। ਆਪਾਂ ਨਵੀਂ ਭਰਤੀ ਵੀ ਲੈਣੀ ਹੈ। ਜਦੋਂ ਇਹ ਸਟੇ ਟੁੱਟੂਗਾ ਤੇ ਆਪਣੀ ਜਿਹੜੀ ਅਗਲੀ ਭਰਤੀ ਜਿਹੜੀ ਆਊਗੀ 5994 ਆ, ਉਸ ਤੇ ਕੋਈ ਵੀ ਜਿਹੜਾ ਕੇਸ ਜਿਹੜਾ ਉਹ ਨਹੀਂ ਲੱਗੂਗਾ, ਕਿਉਂਕਿ ਸਭ ਤੋਂ ਅੱਜ ਔਖੇ ਹੋ ਲਾਂਗੇ ਆਪਾਂ, ਚਾਹੇ ਤਰੀਕ ਇੱਕ ਹੋਰ ਪੈ ਜਾਏ, ਪਰ ਬੀਐਡ ਜਿਹੜੀ ਆ ਆਊਟ ਹੋ ਜੂਗੀ। ਆਪਣੀ ਜਿਹੜੀ ਅਗਲੀ ਭਰਤੀ ਆਊਗੀ 5994 ਬਿਲਕੁਲ ਫਰੈਸ਼ ਜਿਹੜੀ ਹੈ ਈਟੀਡੀ ਦੀ ਆਊਗੀ। ਤਾਂ ਇਸ ਲਈ ਸਾਥੀਓ ਹੌਸਲਾ ਜਿਹੜਾ ਹੈ ਉਹ ਬਣਾ ਕੇ ਰੱਖਣਾ ਹੈ, ਘਬਰਾਉਣ ਦੀ ਜ਼ਰੂਰਤ ਨਹੀਂਗੀ। ਠੀਕ ਹੈ, ਸਮਾਂ ਜ਼ਰੂਰ ਲੱਗ ਚੁੱਕਿਆ ਹੈ ਵੀ ਤੁਸੀਂ ਵੀ ਘਬਰਾਉਂਦੇ ਹੋ ਵੀ ਆਪਾਂ ਨੂੰ ਜਲਦੀ ਜਿਹੜਾ ਜੁਆਇਨਿੰਗ ਲੈਟਰ ਮਿਲਣ, ਇਹ ਗੱਲ ਤੁਹਾਡੀ ਸਹੀ ਹੈ। ਪਰ ਕੁਝ ਅੜਿਚਣਾ ਇਸ ਤਰ੍ਹਾਂ ਦੀਆਂ ਨੇ ਕਿ ਆਪਾਂ ਜਿਹੜੇ ਆਪਣੇ ਤੋਂ ਜਿਹੜਾ ਉਹ ਵਸ ਦੇ ਵਿੱਚ ਨਹੀਂ ਗਿਆ। ਇਸ ਕਰਕੇ ਸਾਥੀਓ ਹੌਸਲਾ ਬਣਾ ਕੇ ਰੱਖੋ, ਬਹੁਤ ਹੀ ਜਲਦੀ ਜਿਹੜਾ ਉਹ ਆਪਾਂ ਜਿਹੜੀ ਜਿੱਤ ਹੈ ਉਹ ਪ੍ਰਾਪਤ ਕਰਾਂਗੇ, ਤੁਹਾਡੇ ਸਾਥ ਦੇ ਨਾਲ ਕਰਾਂਗੇ। ਤਾਂ ਸਾਥੀਓ ਜਿਹੜੀ ਈਟੀਡੀ ਯੂਨੀਅਨ ਹੈ ਪੂਰੀ ਸਟੇਟ ਹੈ ਉਹ ਆਦੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ ਕਿ ਈਟੀਡੀ ਸਾਥੀਆਂ ਨੂੰ ਜਿਹੜਾ ਉਹ ਈਟੀਡੀ ਦੀ ਪੋਸਟ ਜਿਹੜਾ ਉਹਨਾਂ ਨੂੰ ਲਵਾਈਏ ਤੇ ਸਕੂਲਾਂ ਦੇ ਵਿੱਚ ਜੁਆਇਨ ਕਰਵਾਈਏ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਜੈ ਜਨਤਾ ਜੈ